न्यू टॉपिक ते ਉਹਦਾ ਨਾਮ ਹੈਗਾ ਲੈਵਲ ਆਫ ਪ੍ਰੀਵੈਂਸ਼ਨ। ਸਟੂਡੈਂਟਸ ਅੱਗੇ ਆਉਣ ਵਾਲੇ 11-12 ਦਸੰਬਰ ਤੋਂ ਜਿਹੜੇ ਕਮਿਊਨਿਟੀ ਦੇ ਪੇਪਰ ਹੋ ਰਹੇ ਨੇ, GNM ਦੇ ਜੋ ਵੀ ਐਗਜ਼ਾਮ ਹੋ ਰਹੇ ਨੇ, ਉਹਨਾਂ ਦੇ ਵਿੱਚ ਕਮਿਊਨਿਟੀ ਜੋ ਸਬਜੈਕਟ ਹੈ ਉਹਦੀ ਆਪਾਂ ਕੀ ਹੈ ਤਿਆਰੀ ਕਰ ਰਹੇ ਹਾਂ। ਉਹਦੇ ਵਿੱਚ ਇੱਕ ਟੌਪਿਕ ਹੈ ਲੈਵਲ ਆਫ ਪ੍ਰੀਵੈਂਸ਼ਨ। ਇੱਦਾਂ ਦੇ ਟੌਪਿਕ ਜਿਹੜੇ ਆਪਾਂ ਜੋ ਐਗਜ਼ਾਮ ਦੇ ਰਿਲੇਟਡ ਨੇ ਉਹ ਆਪਾਂ ਕੀ ਹੈ ਡੇਲੀ ਇੱਕ ਇੱਕ ਕਰਕੇ ਟੌਪਿਕ ਕੀ ਹੈ ਸਟੱਡੀ ਕਰਦੇ ਰਹਾਂਗੇ। ਸੋ ਅੱਜ ਆਪਾਂ ਕੀ ਗੱਲ ਕਰਦੇ ਹਾਂ ਇੱਕ ਨਿਊ ਟੌਪਿਕ ਲੈਵਲ ਆਫ ਪ੍ਰੀਵੈਂਸ਼ਨ ਦੇ ਉੱਤੇ। ਇਹਦੇ ਵਿੱਚ ਕੀ ਹੁੰਦਾ ਲੈਵਲ ਆਫ ਪ੍ਰੀਵੈਂਸ਼ਨ ਦਾ ਮਤਲਬ ਹੁੰਦਾ ਕਿ ਉਹ ਲੈਵਲ ਜਿਹੜੇ ਕੀ ਕਰਦੇ ਨੇ ਕੋਈ ਵੀ ਡਿਜ਼ੀਜ਼ ਨੂੰ ਹੋਣ ਤੋਂ ਪਹਿਲਾਂ ਜਾਂ ਡਿਜ਼ੀਜ਼ ਹੋ ਚੁੱਕੀ ਹੈ ਉਹਨੂੰ ਰਿਕਵਰ ਕਰਨਾ ਤੇ ਕੀ ਕਰਨਾ ਉਹਨੂੰ ਰੀਹੈਬਿਲਿਟੇਟ ਕਰਨਾ। ਇਹ ਕੀ ਨੇ ਉਹ ਲੈਵਲ ਨੇ ਜਿਹੜੇ ਕੀ ਕਰਦੇ ਨੇ ਕਿਸੇ ਵੀ ਡਿਜ਼ੀਜ਼ ਨੂੰ ਹੋਣ ਤੋਂ ਕੀ ਨੇ ਰੋਕਦੇ ਨੇ। ਫਸਟਲੀ ਆਪਾਂ ਕੀ ਪੜਾਂਗੇ ਪ੍ਰੀਓਮੈਡੀਕਲ ਲੈਵਲ ਆਫ ਪ੍ਰੀਵੈਂਸ਼ਨ। It is preventive action taken for reducing risk factor of concerned diseases। एक ਉਹ preventive action ਹੈ ਜਿਹੜਾ ਕੀ ਕਰਦਾ ਹੈ ਜਿੰਨੇ ਵੀ ਰਿਸਕ ਫੈਕਟਰ ਨੇ ਉਹਨਾਂ ਨੂੰ ਕੀ ਕਰਦਾ ਹੈ ਡਿਜ਼ੀਜ਼ ਨੂੰ ਕੀ ਕਰਦਾ ਹੈ ਪ੍ਰੀਵੈਂਟ ਕਰਦਾ ਹੈਗਾ। It is a new concept that is remaining special attention in the prevention of chronic diseases। एक ਨਿਊ ਕਨਸੈਪਟ ਹੈ ਜਿਹੜਾ ਕੀ ਕਰਦਾ ਹੈਗਾ ਸਪੈਸ਼ਲ ਅਟੈਂਸ਼ਨ ਦਿੰਦਾ ਹੈ ਕਿਹਦੇ ਉੱਤੇ ਜਿਹੜੇ ਜਿੰਨੀਆਂ ਵੀ ਇੱਕ ਕ੍ਰੋਨਿਕ ਡਿਜ਼ੀਜ਼ਸ ਨੇ ਉਹਨਾਂ ਨੂੰ ਪ੍ਰੀਵੈਂਟ ਕਰਨ ਦੇ ਉੱਤੇ। ਉਸ ਤੋਂ ਬਾਅਦ ਆਪਾਂ ਕੀ ਇਹਦੇ ਮੋਡ ਆਫ ਇੰਟਰਵੈਂਸ਼ਨਸ ਪੜ੍ਹਦੇ ਹਾਂ। ਇਹਦੇ ਵਿੱਚ ਕੀ ਹੁੰਦਾ ਫਸਟਲੀ ਆਪਾਂ ਕੀ ਕਰ ਸਕਦੇ ਹਾਂ ਇਹ ਜੋ ਵੀ ਕੋਈ ਡਿਜ਼ੀਜ਼ ਹੈ ਅਗਰ ਡਿਜ਼ੀਜ਼ ਨਹੀਂ ਹੋਈ ਤਾਂ ਆਪਾਂ ਕੀ ਕਰਾਂਗੇ ਪਹਿਲਾਂ ਐਜੂਕੇਸ਼ਨ ਦੇਵਾਂਗੇ। ਇੰਡੀਵਿਜੂਅਲ ਐਜੂਕੇਸ਼ਨ ਕੀ ਹੈ ਪਰਸਨ ਨੂੰ ਆਪਾਂ ਕੀ ਹੈ ਐਜੂਕੇਸ਼ਨ ਦੇਣੀ ਹੈ। ਦੂਜਾ ਕੀ ਹੈ ਮਾਸ ਐਜੂਕੇਸ਼ਨ ਹੈ ਕਿਉਂਕਿ ਜਿਵੇਂ ਕਿ ਕਰੋਨਾ ਸੀ ਕਰੋਨਾ ਦੀਆਂ ਜਿੰਨੀਆਂ ਵੀ ਐਡਸ ਸੀਗੀਆਂ ਜਦੋਂ ਕਰੋਨਾ ਹੋ ਗਿਆ ਤਾਂ ਆਪਾਂ ਕੀ ਹੈ ਸਾਰੇ ਮੀਡੀਆਜ਼ ਦੇ ਉੱਤੇ ਜਿਹੜੀਆਂ ਮਤਲਬ ਕਿ ਨਿਊਜ਼ ਹੀ ਆਉਣ ਲੱਗ ਗਈਆਂ ਸੀਗੀਆਂ। ਠੀਕ ਹੈ ਕਿ ਹੈਂਡ ਵਾਸ਼ਿੰਗ ਕਰੋ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖੋ ਮਾਸਕ ਪਹਿਨੋ। ਠੀਕ ਹੈ ਇੱਦਾਂ ਦੀਆਂ ਜਿਹੜੇ ਸੀ ਮਾਸ ਐਜੂਕੇਸ਼ਨ ਕੀ ਹੈ ਜ਼ਰੂਰੀ ਹੈ ਮੀਡੀਆ ਥਰੂ। ਉਸ ਤੋਂ ਬਾਅਦ ਜਿਵੇਂ ਐਗਜ਼ਾਮਪਲ ਆਪਾਂ ਇਹਦੇ ਵਿੱਚ ਦੇਖਦੇ ਹਾਂ ਪ੍ਰੀਓਮੈਡੀਕਲ ਲੈਵਲ ਇਜ਼ ਦਾ ਬੈਸਟ ਲੈਵਲ ਆਫ ਪ੍ਰੀਵੈਂਸ਼ਨ ਫॉर ਨॉन ਕਮਿਊਨੀਕੇਬਲ ਡਿਜ਼ੀਜ਼ਸ। ਜਿਹੜਾ ਇਹ ਲੈਵਲ ਆ ਇਹ ਇੱਕ ਬੈਸਟ ਲੈਵਲ ਆ ਕੀ ਕਰਨ ਵਾਸਤੇ ਪ੍ਰੀਵੈਂਸ਼ਨ ਆਫ ਕੀ ਰੋਕਣ ਵਾਸਤੇ ਜਿੰਨੀਆਂ ਵੀ ਨॉन ਕਮਿਊਨੀਕੇਬਲ ਡਿਜ਼ੀਜ਼ ਨੇ ਮੀਨਸ ਕਿਹੜੀਆਂ ਜਿਹੜੀਆਂ ਕਮਿਊਨੀਕੇਬਲ ਨਹੀਂ ਹੈਗੀਆਂ ਜਿਹੜੀਆਂ ਵਨ ਪਰਸਨ ਤੋਂ ਅਨਦਰ ਪਰਸਨ ਨੂੰ ਨਹੀਂ ਹੁੰਦੀਆਂ ਹੈਗੀਆਂ ਲਾਈਕ ਜਿਵੇਂ ਕਿ ਕੈਂਸਰ ਵਰਗੀਆਂ ਡਿਜ਼ੀਜ਼ਸ ਨੇ। ਪ੍ਰੀਵੈਂਸ਼ਨ ਆਫ ਬੈਡ ਫੂਡ ਹੈਬਿਟਸ ਐਂਡ ਟੂ ਪ੍ਰੀਵੈਂਟ ਸਮੋਕਿੰਗ ਐਂਡ ਅਲਕੋਹਲਿਜ਼ਮ। ਇਹ ਕੀ ਕਰਦਾ ਉਹਨਾਂ ਬੈਡ ਹੈਬਿਟਸ ਨੂੰ ਕੀ ਕਰਦਾ ਪ੍ਰੀਵੈਂਟ ਕਰਦਾ ਤੇ ਕੀ ਕਰਦਾ ਪ੍ਰੀਵੈਂਟ ਕਰਦਾ ਸਮੋਕਿੰਗ ਐਂਡ ਅਲਕੋਹਲਿਜ਼ਮ ਸਿਸਟਮ ਨੂੰ। ਉਸ ਤੋਂ ਬਾਅਦ ਫਸਟ ਇਹਦੇ ਵਿੱਚ ਹੈਗਾ ਜਿਵੇਂ ਪ੍ਰਾਇਮਰੀ ਲੈਵਲ ਆ। ਪ੍ਰਾਇਮਰੀ ਲੈਵਲ ਦੇ ਵਿੱਚ ਕੀ ਹੁੰਦਾ ਗਾ ਕੋਈ ਵੀ ਡਿਜ਼ੀਜ਼ ਜਿਹੜੀ ਔਨਸੈਟ ਆਫ ਡਿਜ਼ੀਜ਼ ਆ ਡਿਜ਼ੀਜ਼ ਹਜੇ ਕੀ ਆ ਹੋਈ ਨਹੀਂ ਉਹਦਾ ਕੋਈ ਸਿੰਪਟਮ ਆ ਜਿਹੜਾ ਆਪਾਂ ਨੂੰ ਸ਼ੋ ਨਹੀਂ ਹੋਇਆ ਉਹ ਤੋਂ ਪਹਿਲਾਂ ਹੀ ਉਹਨੂੰ ਕੀ ਕਰਨਾ ਪ੍ਰੀਵੈਂਟ ਕਰਨਾ। ਇਟ ਇਜ਼ ਦਾ ਐਕਸ਼ਨ ਟੇਕ ਪ੍ਰਾਇਰ ਟੂ ਔਨਸੈਟ ਆਫ ਡਿਜ਼ੀਜ਼ਸ। ਇਹ ਉਹ ਐਕਸ਼ਨ ਆ ਜਿਹੜਾ ਕੀ ਆ ਪ੍ਰਾਇਰਲੀ ਮੀਨਸ ਔਨਸੈਟ ਆਫ ਡਿਜ਼ੀਜ਼ ਅਗਰ ਡਿਜ਼ੀਜ਼ ਹਜੇ ਉਹਦਾ ਸਾਈਨ ਐਂਡ ਸਿੰਪਟਮ ਆਪਾਂ ਨੂੰ ਕੋਈ ਵੀ ਸ਼ੋ ਨਹੀਂ ਹੋ ਰਿਹਾ which remove the possibility that a disease will never occur। ਜਿਹੜੀ ਉਹਦੀ ਪੋਸੀਬਿਲਿਟੀ ਆ ਹੋਣ ਦੀ ਪੋਸੀਬਿਲਿਟੀ ਹੈ ਡਿਜ਼ੀਜ਼ ਦੀ ਉਹਨੂੰ ਕੀ ਕਰਨਾ ਖਤਮ ਕਰਨਾ। ਠੀਕ ਹੈ ਉਹਨੂੰ ਹੋਣ ਹੀ ਨਹੀਂ ਦੇਣਾ ਡਿਜ਼ੀਜ਼ ਨੂੰ। ਇਟ ਪ੍ਰਮੋਟ ਵੈਲਬੀਇੰਗ ਐਂਡ ਇਕੁਐਲਿਟੀ ਆਫ ਲਾਈਫ ਨੂੰ ਜਿਹੜੀ ਕੀ ਕਰਦੀ ਹੈ ਪ੍ਰਮੋਟ ਕਰਦੀ ਹੈ। ਪ੍ਰਾਇਮਰੀ ਲੈਵਲ ਆਫ ਪ੍ਰੀਵੈਂਸ਼ਨ ਇਜ਼ ਅਪਲਾਈਡ ਵੈਨ ਰਿਸਕ ਫੈਕਟਰ ਆਰ ਪ੍ਰੈਜ਼ੈਂਟ ਬਟ ਡਿਜ਼ੀਜ਼ ਇਜ਼ ਨਾਟ ਯet ਟੇਕਨ ਪਲੇਸ। ਇਹਦੇ ਵਿੱਚ ਪ੍ਰਾਇਮਰੀ ਲੈਵਲ ਆਫ ਪ੍ਰੀਵੈਂਸ਼ਨ ਦੇ ਵਿੱਚ ਕੀ ਹੁੰਦਾ ਕਿ ਜੇ ਡਿਜ਼ੀਜ਼ ਦੇ ਜਿਹੜੇ ਰਿਸਕ ਫੈਕਟਰ ਨੇ ਆਪਾਂ ਨੂੰ ਇਹ ਲੱਗਦਾ ਵੀ ਡਿਜ਼ੀਜ਼ ਜਿਹੜੀ ਹੈ ਰਿਸਕ ਫੈਕਟਰ ਕਿਨੇ ਪ੍ਰੈਜ਼ੈਂਟ ਹੋ ਸਕਦੇ ਨੇ ਬਟ ਜਿਹੜੀ ਡਿਜ਼ੀਜ਼ ਹੁੰਦੀ ਹੈ ਉਹ ਕੀ ਹੈ ਪ੍ਰੈਜ਼ੈਂਟ ਨਹੀਂ ਹੁੰਦੀ ਉਹਦਾ ਕੋਈ ਵੀ ਜਿਹੜਾ ਸਾਈਨ ਹੈ ਉਹ ਪ੍ਰੈਜ਼ੈਂਟ ਨਹੀਂ ਹੁੰਦਾ। ਡਿਜ਼ੀਜ਼ ਦੇ ਸਿਰਫ ਕੀ ਹੈ ਰਿਸਕ ਫੈਕਟਰ ਹੋ ਸਕਦੇ ਨੇ ਬਟ ਜਿਹੜੀ ਡਿਜ਼ੀਜ਼ ਹੈ ਇਹਦੇ ਵਿੱਚ ਉਹ ਕੀ ਹੈ ਆਪਣੀ ਜਗ੍ਹਾ ਨਹੀਂ ਬਣਾਉਂਦੀ। ਇਹਦੇ ਵਿੱਚ ਕੀ ਹੈ ਮੋਡ ਆਫ ਪ੍ਰੀਵੈਂਸ਼ਨ ਦੇ ਵਿੱਚ ਆਪਾਂ ਕੀ ਕਰਨਾ ਹੈ ਪਹਿਲਾਂ ਕੀ ਆਪਾਂ ਹੈਲਥ ਨੂੰ ਪ੍ਰਮੋਟ ਕਰਨਾ ਹੈ। ਹੈਲਥ ਨੂੰ ਪ੍ਰਮੋਟ ਆਪਾਂ ਕਿਵੇਂ ਕਰਾਂਗੇ ਇਟ ਇਜ਼ ਦਾ ਐਕਸ਼ਨ ਦੈਟ ਪ੍ਰਮੋਟ ਹੈਲਥ। ਇਹ ਉਹ ਐਕਸ਼ਨ ਆ ਜਿਹੜਾ ਸਾਡੀ ਹੈਲਥ ਨੂੰ ਕੀ ਹੈ ਪ੍ਰਮੋਟ ਕਰ ਸਕਦਾ ਹੈ। ਹੈਲਥ ਪ੍ਰਮੋਟ ਆਪਾਂ ਕਿਵੇਂ ਕਰਾਂਗੇ ਲਾਈਕ ਐਜ਼ ਐਗਜ਼ਾਮਪਲ ਹੈ ਜਿਵੇਂ ਹੈਲਥ ਐਜੂਕੇਸ਼ਨ ਦੇ ਕੇ ਇਨਵਾਇਰਮੈਂਟਲ ਮੋਡੀਫਿਕੇਸ਼ਨ ਕਰਕੇ ਤੇ ਨਿਊਟ੍ਰੀਸ਼ਨਲ ਇੰਪਲੀਮੈਂਟੇਸ਼ਨ ਦੇ ਕੇ। ਇਹਦੇ ਵਿੱਚ ਕੀ ਹੁੰਦਾ ਹੈ ਆਪਾਂ ਕੀ ਹੈਲਥ ਐਜੂਕੇਸ਼ਨ ਦੇਵਾਂਗੇ ਲੋਕਾਂ ਨੂੰ ਮਾਸ ਮੀਡੀਆ ਦੇ ਥਰੂ ਜਾਂ ਆਪਣੀ ਕਿਸੇ ਰੀਲਸ ਦੇ ਥਰੂ ਜਾਂ ਆਪਾਂ ਕਿਸੇ ਚੈਨਲ ਦੇ ਥਰੂ ਕੀ ਕਰਨਾ ਹੈਗਾ ਐਜੂਕੇਸ਼ਨ ਦੇਣੀ ਹੈ। ਜਾਂ ਫਿਰ ਆਪਾਂ ਕੀ ਜਿਵੇਂ ਸਕੂਲਾਂ ਦੇ ਵਿੱਚ ਬੱਚੇ ਹੁੰਦੇ ਨੇ ਉਹਨਾਂ ਨੂੰ ਕੋਈ ਡੇਂਗੂ ਵਰਗੀ ਪ੍ਰੋਬਲਮ ਹੈ ਕੋਈ ਕਰੋਨਾ ਵਰਗੀ ਪ੍ਰੋਬਲਮ ਹੈ ਜਾਂ ਕੋਈ ਵੀ ਇੱਦਾਂ ਦੀ ਡਿਜ਼ੀਜ਼ਜ਼ ਹੈ ਜਿਹਨੂੰ ਹੋਣ ਤੋਂ ਪਹਿਲਾਂ ਆਪਾਂ ਕੀ ਹੈ ਰੋਕ ਲਈਏ ਉਹਦੇ ਰਿਲੇਟਡ ਆਪਾਂ ਕੀ ਹੈ ਹੈਲਥ ਐਜੂਕੇਸ਼ਨ ਦੇਣੀ ਹੈ। ਇਨਵਾਇਰਮੈਂਟਲ ਨੂੰ ਸਾਫ਼ ਸੁਥਰਾ ਰੱਖਣਾ। ਠੀਕ ਹੈ ਉਹਦੇ 'ਚ ਮੋਡੀਫਿਕੇਸ਼ਨ ਹੋਣਾ ਜਿਵੇਂ ਹੁਣ ਸਰਦੀ ਦਾ ਮੌਸਮ ਆ ਰਿਹਾ ਠੀਕ ਹੈ ਆਪਾਂ ਕੀ ਹੈ ਇਹ ਸੋਚਦੇ ਹਾਂ ਕਿ ਥੋੜ੍ਹੇ ਜਿਹੇ ਗਰਮ ਕੱਪੜੇ ਪਾਓ ਜਿਹਦੇ ਨਾਲ ਸਰਦੀ ਮਹਿਸੂਸ ਨਾ ਹੋਵੇ ਸਾਡੀ ਜਿਹੜੀ
ਬੋਡੀ ਦਾ ਟੈਂਪਰੇਚਰ ਉਹ ਮੇਨਟੇਨ ਰਹੇ। ਉਸ ਤੋਂ ਬਾਅਦ ਕੀ ਹੈ ਨਿਊਟ੍ਰੀਸ਼ਨਲ, ਜਿਵੇਂ ਹੁਣ ਕੀ ਹੈ ਸਰਦੀ ਦਾ ਮੌਸਮ ਆ, ਠੀਕ ਹੈ, ਆਪਾਂ ਕੀ ਹੈ ਸਰਦੀ ਦੇ ਅਕੋਰਡਿੰਗ ਥੋੜਾ ਜਿਹਾ ਆਪਣਾ ਜਿਹੜਾ ਨਿਊਟ੍ਰੀਸ਼ਨਲ ਪਲੈਨਿੰਗ ਹੈ ਉਹਨੂੰ ਕੀ ਹੈ ਚੇਂਜ ਕਰ ਲਈਏ। ਉਸ ਤੋਂ ਬਾਅਦ ਕੀ ਹੈ ਇਹਦੇ ਵਿੱਚ ਇੱਕ ਸਪੈਸੀਫਿਕ ਪ੍ਰੋਟੈਕਸ਼ਨ ਦੇਣਾ। ਸਪੈਸੀਫਿਕ ਪ੍ਰੋਟੈਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਡਿਜ਼ੀਜ਼ ਨੂੰ ਸਪੈਸ਼ਲੀ ਆਪਾਂ ਦੇਖਣਾ, ਜਿਵੇਂ ਆਪਾਂ ਕਹੀਏ ਵੀ HIV ਵਰਗੀਆਂ ਜਿਹੜੀਆਂ ਡਿਜ਼ੀਜ਼ ਨੇ, STD ਵਰਗੀਆਂ ਜਿਹੜੀਆਂ ਡਿਜ਼ੀਜ਼ ਨੇ ਉਹ ਕਿਹਨੇ ਹੋ ਸਕਦੀਆਂ ਨੇ, ਉਹਨਾਂ ਦੇ ਰਿਲੇਟਡ ਆਪਾਂ ਕੀ ਕਰਾਂਗੇ ਐਜੂਕੇਸ਼ਨ ਦੇਵਾਂਗੇ ਕਿ ਕੰਟਰਾਸੈਪਟਿਵ ਮੈਥਡ ਯੂਜ਼ ਕਰੋ, ਫੈਮਿਲੀ ਪਲੈਨਿੰਗ, ਇਹ ਉਹ ਹੈ ਨਾ। ਇਟ ਇਜ਼ ਅ ਟਾਰਗੇਟਿੰਗ ਦੈਟ ਪ੍ਰੀਵੈਂਸ਼ਨ ਆਫ ਡਿਜ਼ੀਜ਼ ਫॉर ਸਪੈਸੀਫਿਕ ਇੰਟਰਵੈਂਸ਼ਨ। ਇਹ ਉਹ ਟਾਰਗੇਟ ਆ ਡਿਜ਼ੀਜ਼ ਨੂੰ ਪ੍ਰੀਵੈਂਟ ਕਰਨ ਦਾ ਜਿਹਦੇ 'ਚ ਆਪਾਂ ਸਪੈਸੀਫਿਕ ਇੰਟਰਵੈਂਸ਼ਨ ਦੇ ਸਕਦੇ ਹਾਂ, ਲਾਈਕ ਜਿਵੇਂ ਕੰਟਰਾਸੈਪਟਿਵ ਮੈਥਡ ਟੂ ਪ੍ਰੀਵੈਂਟ STD। ਜਿਹੜੀਆਂ ਵੀ ਸੈਕਸ਼ੂਅਲ ਟ੍ਰਾਂਸਮਿਟਡ ਡਿਜ਼ੀਜ਼ਸ ਨੇ ਉਹਨਾਂ ਨੂੰ ਪ੍ਰੀਵੈਂਟ ਕਰਨ ਦੇ ਲਈ ਆਪਾਂ ਕੀ ਕੰਟਰਾਸੈਪਟਿਵ ਮੈਥਡ ਵਗੈਰਾ ਯੂਜ਼ ਕਰਨ ਵਾਸਤੇ ਦੱਸਦੇ ਹਾਂ। ਜਿਵੇਂ ਕਿ ਹੈ ਇਮੂਨਾਈਜੇਸ਼ਨ ਹੋ ਗਿਆ। ਹੁਣ ਆਪਾਂ ਨੂੰ ਪਤਾ ਕਿ ਜੇ ਸ਼ੁਰੂ ਤੋਂ ਇਮੂਨਾਈਜੇਸ਼ਨ ਆਪਾਂ ਕਰਨ ਲੱਗ ਜਾਈਏ ਤਾਂ ਜਿਹੜੇ ਬੱਚੇ ਨੇ ਉਹ ਕੀ ਨੇ ਡਿਜ਼ੀਜ਼ ਤੋਂ ਪ੍ਰੀਵੈਂਟ ਹੋ ਜਾਂਦੇ ਨੇ। ਤਾਂ ਹੀ ਆਪਾਂ ਇਮੂਨਾਈਜੇਸ਼ਨ ਕਰਾਉਂਦੇ ਆ ਬੱਚੇ ਨੂੰ, ਤਾਂ ਕਿ ਪੋਲੀਓ ਵਰਗੇ ਜਿੰਨੇ ਵੀ ਰਿਸਕ ਨੇ ਜਾਂ ਕੋਈ ਵੀ ਵਿਟਾਮਿਨ A ਦੀਆਂ ਡਿਜ਼ੀਜ਼ਸ ਨੇ ਬੱਚਿਆਂ ਦੇ ਵਿੱਚ, ਠੀਕ ਹੈ, ਇੱਦਾਂ ਦੀਆਂ ਜਿਹੜੀਆਂ ਡਿਜ਼ੀਜ਼ਸ ਨੇ ਜਾਂ ਵਿਟਾਮਿਨ D ਦੀਆਂ ਡਿਜ਼ੀਜ਼ਸ ਨੇ ਸਾਰੀਆਂ ਉਹਨਾਂ ਨੂੰ ਆਪਾਂ ਕੀ ਕਰ ਇਮੂਨਾਈਜੇਸ਼ਨ ਦੇ ਥਰੂ ਪ੍ਰੀਵੈਂਟ ਕਰ ਸਕੀਏ। ਇਹ ਸੀ ਪ੍ਰਾਇਮਰੀ ਲੈਵਲ। ਸੈਕੰਡਰੀ ਲੈਵਲ ਪੜਾਂਗੇ ਹੁਣ ਆਪਾਂ। ਸੈਕੰਡਰੀ ਦੇ ਵਿੱਚ ਕੀ ਹੋ ਜਾਂਦਾ, ਡਿਜ਼ੀਜ਼ ਹੋ ਜਾਂਦੀ ਹੈ, ਉਹਦੇ ਜਿਹੜੇ ਸਾਈਨ ਐਂਡ ਸਿੰਪਟਮ ਨੇ ਆਪਾਂ ਨੂੰ ਸ਼ੋ ਹੋ ਜਾਂਦੇ ਨੇ, ਇਹ ਕਲੀਅਰ ਹੋ ਜਾਂਦਾ ਕਿ ਜਿਹੜੀ ਡਿਜ਼ੀਜ਼ ਆ ਉਹ ਹੋ ਚੁੱਕੀ ਆ, ਉਹਦੇ ਜਿੰਨੇ ਵੀ ਟ੍ਰੀਟਮੈਂਟ ਆ ਤੇ ਜਿਹੜਾ ਉਹਦਾ ਡਾਇਗਨੋਸ ਆ ਡਿਜ਼ੀਜ਼ ਦਾ ਉਹ ਆਪਾਂ ਕੀ ਹੁੰਦਾ ਇਹਦੇ ਵਿੱਚ ਕਰਨਾ ਹੁੰਦਾ। ਜੋ ਵੀ ਸਰਜੀਕਲ ਪ੍ਰੋਸੀਜਰ ਆ ਉਹ ਸੈਕੰਡਰੀ ਦੇ ਵਿੱਚ ਆਪਾਂ ਕੀ ਹੈ ਕਰ ਲੈਂਦੇ ਆ। ਇਟ ਹੈਜ਼ ਐਨ ਅਰਲੀ ਡਾਇਗਨੋਸ ਐਂਡ ਟ੍ਰੀਟਮੈਂਟ ਆਫ ਇਨਕਲੂਡਿੰਗ ਸਰਜੀਕਲ ਪ੍ਰੋਸੀਜਰ। ਇਹ ਕੀ ਹੈ ਉਹ ਅਰਲੀ ਡਾਇਗਨੋਸ ਆ, ਠੀਕ ਹੈ, ਪਹਿਲਾਂ ਡਾਇਗਨੋਸ ਕਰਨਾ ਫਿਰ ਉਹਦਾ ਟ੍ਰੀਟਮੈਂਟ ਕਰਨਾ। ਜਿਵੇਂ ਕਿ ਆਪਾਂ ਕਹੀਏ ਸਰਜੀਕਲ ਪ੍ਰੋਸੀਜਰ, ਅਗਰ ਡਾਕਟਰ ਕਹਿ ਰਿਹਾ ਕਿ ਆਪਰੇਟ ਹੈ ਤਾਂ ਸਰਜੀਕਲ ਆਪਰੇਸ਼ਨ ਜਿਹੜਾ ਉਹ ਹੋਣਾ ਹੀ ਹੈ। National Health Program by Government of India mostly operate at secondary level of prevention। ਨੈਸ਼ਨਲ ਹੈਲਥ ਪ੍ਰੋਗਰਾਮ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਦੁਆਰਾ ਕੀ ਕੀਤਾ ਗਿਆ, ਮੋਸਟਲੀ ਐਂ ਦੇਖ ਲਿਆ ਕਿ ਜਿਹੜੀ ਸੈਕੰਡਰੀ ਲੈਵਲ ਹੈ ਇਹਨੂੰ ਕੀ ਹੈ ਪ੍ਰੀਵੈਂਟ ਕਰਨ ਦੀ ਲੋੜ ਆ। ਹੁਣ ਜੇ ਆਪਾਂ ਨੂੰ ਕੋਈ ਵੀ ਇਦਾਂ ਦੀ ਕਈ ਵਾਰੀ ਬਿਮਾਰੀ ਹੋ ਜਾਂਦੀ ਹੈ ਜਿਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ, ਬਟ ਸਟੇਜ ਕਿੱਥੇ ਤੱਕ ਪਹੁੰਚੀ ਹੁੰਦੀ ਹੈ, 3rd 4th ਸਟੇਜ ਤੱਕ ਜਿਹੜੀ ਡਿਜ਼ੀਜ਼ ਆ ਉਹ ਪਹੁੰਚੀ ਹੁੰਦੀ ਆ। ਉਹ ਕਿੱਥੇ ਤੱਕ ਚਲੀ ਜਾਂਦੀ ਹੈ, ਸੈਕੰਡਰੀ ਲੈਵਲ ਤੱਕ ਚਲੀ ਜਾਂਦੀ ਹੈ, ਜਦੋਂ ਆਪਾਂ ਨੂੰ ਇੱਕ ਸਰਜੀਕਲ ਪ੍ਰੋਸੀਜਰ ਦੀ ਜ਼ਰੂਰਤ ਪੈ ਜਾਂਦੀ ਹੈ। ਇਸ ਕਰਕੇ ਕੀ ਹੁੰਦਾ, ਆਪਾਂ ਨੂੰ ਗਵਰਨਮੈਂਟ ਹੈਲਥ ਪ੍ਰੋਗਰਾਮ ਦੇ ਥਰੂ ਇੰਡੀਆ ਮੋਸਟਲੀ ਆਪਰੇਟ ਕਰਦੀ ਹੈ। ਸੈਕੰਡਰੀ ਲੈਵਲ ਆਫ ਪ੍ਰੀਵੈਂਸ਼ਨ ਨੂੰ ਆਪਾਂ ਕੀ ਕਰਨਾ ਹੈ, ਪ੍ਰੀਵੈਂਟ ਕਰ ਲੈਣਾ। ਉਸ ਤੋਂ ਬਾਅਦ ਇਹਦੇ ਮੋਡ ਆਫ ਪ੍ਰੀਵੈਂਸ਼ਨ ਕੀ ਨੇ, ਅਰਲੀ ਡਾਇਗਨੋਸ। ਪਹਿਲਾਂ ਸਾਰੇ ਜਿੰਨੇ ਵੀ ਹੁਣ ਆਪਾਂ ਨੂੰ ਕੋਈ ਵੀ ਪੇਸ਼ੈਂਟ ਆਪਣੇ ਕੋਲੇ ਆ ਕੇ ਕਹਿ ਰਿਹਾ ਕਿ ਮੇਰੇ ਇੱਥੇ ਪੇਨ ਹੋ ਰਿਹਾ, ਆਪਾਂ ਨੂੰ ਨਹੀਂ ਪਤਾ ਉਹਨੂੰ ਪ੍ਰੋਬਲਮ ਕੀ ਹੈ, ਆਪਾਂ ਸਾਰੇ ਕੀ ਕਰਾਂਗੇ ਪਹਿਲਾਂ ਜਿੰਨੀ ਵੀ ਸਕਰੀਨਿੰਗ ਟੈਸਟ ਕਰਾਂਗੇ, ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਇਹਨੂੰ ਪ੍ਰੀਵੈਂਟ ਕਰਨ ਬਾਰੇ ਸੋਚਦੇ ਹਾਂ। ਆਲ ਸਕਰੀਨਿੰਗ ਟੈਸਟ ਜਿਵੇਂ ਆਪਾਂ ਮੈਮੋਗ੍ਰਾਫੀ ਹੋ ਗਿਆ, ਕੋਲੋਨੋਸਕੋਪੀ ਹੋ ਗਿਆ, ਐਦਾਂ ਦੇ ਜਿੰਨੇ ਵੀ ਟੈਸਟ ਨੇ ਸਾਰੇ ਆਪਾਂ ਕੀ ਹੈ ਕਰਦੇ ਹਾਂ। ਉਸ ਤੋਂ ਬਾਅਦ ਕੀ ਟ੍ਰੀਟਮੈਂਟ ਕਰਨਾ। ਹੁਣ ਆਪਾਂ ਨੂੰ ਇਹ ਕਨਫਰਮ ਹੋ ਗਿਆ ਕਿ ਉਹਨੂੰ ਕੀ ਹੈ ਇਹ ਡਿਜ਼ੀਜ਼ ਹੈ, ਉਹਦੇ ਇਹ ਆਪਾਂ ਡਾਇਗਨੋਸ ਬਣਾ ਲਏ, ਹੁਣ ਆਪਾਂ ਕੀ ਉਹਨੂੰ ਟ੍ਰੀਟ ਕਰ ਲਾਂਗੇ। ਸ਼ਾਰਟ ਐਂਡ ਪੀਰੀਅਡ ਆਫ ਕਮਿਊਨੀਕੇਬਿਲਿਟੀ, ਰਿਡਿਊਸ ਮੋਰਟੈਲਿਟੀ ਐਂਡ ਪ੍ਰੀਵੈਂਟ ਅਕਰਿੰਗ ਆਫ ਫਰਦਰ ਕੇਸਿਸ। ਠੀਕ ਹੈ, ਆਪਾਂ ਕੀ ਕਰਨਾ ਹੈਗਾ ਜਿਹੜਾ ਵੀ ਇਹਦਾ ਮਤਲਬ ਕਿ ਡਿਜ਼ੀਜ਼ ਦਾ ਰੇਟ ਆ ਉਹਨੂੰ ਕੀ ਕਰਨਾ ਹੈਗਾ ਪ੍ਰੀਵੈਂਟ ਕਰਨਾ ਅਕਰਿੰਗ ਆਫ ਫਰਦਰ ਡਿਜ਼ੀਜ਼, ਤਾਂ ਕਿ ਦੁਬਾਰਾ ਜਿਹੜੀ ਇਹ ਡਿਜ਼ੀਜ਼ ਹੈ ਇਹ ਕ੍ਰੀਏਟ ਨਾ ਹੋਵੇ, ਉਹਦੇ ਜਿਹੜੇ ਫੈਕਟਰ ਨੇ ਉਹਨਾਂ ਨੂੰ ਆਪਾਂ ਕੀ ਖਤਮ ਕਰ ਦੇਣਾ। ਉਸ ਤੋਂ ਬਾਅਦ ਹੈਗਾ ਟਰਸ਼ਰੀ ਲੈਵਲ। ਟਰਸ਼ਰੀ ਲੈਵਲ ਦੇ ਵਿੱਚ ਕੀ ਆਉਂਦਾ ਗਾ, ਇਹਦਾ ਮਤਲਬ ਇਹ ਹੁੰਦਾ ਵੀ ਜਿੰਨੀ ਵੀ ਇੰਪੇਅਰਮੈਂਟ ਹੋਗੀ ਜਾਂ ਡਿਸੇਬਿਲਿਟੀ ਹੋਗੀ ਉਹਨੂੰ ਕੀ ਕਰਨਾ ਆਪਾਂ ਇਸ ਪੀਰੀਅਡ ਦੇ ਵਿੱਚ ਰਿਡਿਊਸ ਕਰ ਦੇਣਾ ਤੇ ਰੀਹੈਬਿਲਿਟੇਟ ਕਰ ਦੇਣਾ। ਮੀਨਸ ਕਿ ਇਹਦੇ ਵਿੱਚ ਮੋਸਟਲੀ ਕੀ ਹੁੰਦਾ, ਜਿਹੜਾ ਟਰਸ਼ਰੀ ਲੈਵਲ ਹੁੰਦਾ, 3rd ਲੈਵਲ ਹੁੰਦਾ, ਇਹਦਾ ਮੇਨ ਏਮ ਇਹੀ ਹੁੰਦਾ ਵੀ ਜਿੰਨੀ ਵੀ ਲਿਮਿਟੇਸ਼ਨਸ ਨੇ, ਜੋ ਵੀ ਲਿਮਿਟ ਇੰਪੇਅਰਮੈਂਟ ਡਿਸੇਬਿਲਿਟੀ ਹੈ ਉਹਨੂੰ ਆਪਾਂ ਕੀ ਕਰਨਾ ਹੈਗਾ ਰਿਡਿਊਸ ਕਰਨਾ ਹੁੰਦਾ ਹੈ। ਇਹਦੇ ਵਿੱਚ ਕੀ ਮੋਡ ਆਫ ਇੰਟਰਵੈਂਸ਼ਨ ਨੇ, ਡਿਸੇਬਿਲਿਟੀ ਲਿਮਿਟੇਸ਼ਨਸ। ਪਹਿਲਾਂ ਜਿਵੇਂ ਕੋਈ ਵੀ ਪਰਸਨ ਹੈ, ਜਿਵੇਂ ਮੰਨ ਲਓ ਕੋਈ ਕਿਸੇ ਦੀ ਲੈਗ ਜਾਂ ਕੋਈ ਕਿਸੇ ਦੀ ਆਰਮ ਜਿਹੜੀ ਮਤਲਬ ਕਿ ਐਂਪੂਟੇਟ ਪੇਸ਼ੈਂਟ ਕਹਿ ਲਓ, ਹਨਾ, ਜਿਹੜਾ ਐਂਪੂਟੇਟ ਪੇਸ਼ੈਂਟ ਹੁੰਦਾ ਉਹਦੀਆਂ ਜੋ ਡਿਸੇਬਿਲਿਟੀ ਕ੍ਰੀਏਟ ਹੋਈ ਆ, ਠੀਕ ਹੈ, ਉਹਨੂੰ ਕੀ ਹੈ ਤੁਰਨ 'ਚ ਪ੍ਰੋਬਲਮ ਹੈ, ਉਹਨੂੰ ਇੱਧਰ ਉੱਧਰ ਫਿਰਨ 'ਚ ਪ੍ਰੋਬਲਮ ਹੈ, ਉਹਨੂੰ ਉਹਦੀ ਕੀ ਹੈ ਕੇਅਰ ਕਰਨਾ, ਠੀਕ ਹੈ, ਉਹਨੂੰ ਕੀ ਹੈ ਹੌਸਲਾ ਦੇਣਾ। ਉਸ ਤੋਂ ਬਾਅਦ ਕੀ ਹੈ ਲਾਸਟ ਇਹਦੇ ਵਿੱਚ ਇੱਕ ਪੁਆਇੰਟ ਆ ਰੀਹੈਬਿਲਿਟੇਸ਼ਨ। ਰੀਹੈਬਿਲਿਟੇਸ਼ਨ ਦਾ ਮਤਲਬ ਹੁੰਦਾ ਕਿ ਦੁਬਾਰਾ ਆਪਾਂ ਨੇ ਉਹਨੂੰ ਉਸੇ ਕੰਡੀਸ਼ਨ ਦੇ ਵਿੱਚ ਲੈ ਕੇ ਆਉਣਾ ਹੈ ਜਿਸ ਕੰਡੀਸ਼ਨ ਦੇ ਵਿੱਚ ਉਹ ਪਹਿਲਾਂ ਸੀ। ਹੈਲਥ ਨੂੰ ਕੀ ਕਰਨਾ, ਉਹਦੀ ਨੂੰ ਰੀਹੈਬਿਲਿਟੇਟ ਕਰਨਾ। ਮੀਨਸ ਕਿ ਦੁਬਾਰਾ ਆਪਾਂ ਉਹਨੂੰ ਉਸੇ ਕੰਡੀਸ਼ਨ ਦੇ ਵਿੱਚ ਲੈ ਕੇ ਆਵਾਂਗੇ ਜਿਸ ਕੰਡੀਸ਼ਨ ਦੇ ਵਿੱਚ ਉਹ ਪਹਿਲਾਂ ਸੀ।
ਅਗਰ ਉਹ ਪਰਸਨ ਪ੍ਰੋਪਰ ਹੈਲਦੀ ਸੀ ਤਾਂ ਆਪਾਂ ਨੂੰ ਕੀ ਹੈ ਹੈਲਦੀ ਹੀ ਬਣਾਉਣਾ। ਇਹ ਕੀ ਨੇ ਲੈਵਲ ਆਫ ਪ੍ਰੀਵੈਂਸ਼ਨ ਸੀ। ਅੱਜ ਦਾ ਮੇਰਾ ਇਹ ਟੌਪਿਕ ਸੀ। ਇਹ ਕਮਿਊਨਿਟੀ ਦੇ ਐਗਜ਼ਾਮ ਦੇ ਵਿੱਚ ਜ਼ਰੂਰ ਐਦਾਂ ਦੇ ਟੌਪਿਕਸ ਜਿਹੜੇ ਨੇ ਆਉਂਦੇ ਨੇ। ਆਪਾਂ ਇਹ ਟੌਪਿਕ ਜ਼ਰੂਰ ਜਿਹੜੇ ਵੀ ਕਮਿਊਨਿਟੀ ਦੇ ਐਗਜ਼ਾਮ ਦੇ ਵਿੱਚ ਟੌਪਿਕ ਆਉਣਗੇ ਉਹ ਆਪਾਂ ਡੇਲੀ ਆਪਦੀ ਵੀਡੀਓਜ਼ ਦੇ ਵਿੱਚ ਪੜਾਂਗੇ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀਆਂ ਲੱਗੀਆਂ। ਅਗਰ ਕਮਿਊਨਿਟੀ ਦੇ